Good morning students. Today we start second chapter, the last topic, four sector model of circular flow of income. फोर सैक्टर मॉडल ਦੇ ਵਿੱਚ ਆਪਾਂ ਨੂੰ ਜਦੋਂ ਆਪਾਂ ਸਰਕੂਲਰ ਫਲੋ ਆਫ ਇਨਕਮ 3 ਸੈਕਟਰ ਕੀਤਾ ਸੀ ਤਾਂ ਉਹਦੇ ਵਿੱਚ 3 ਸੈਕਟਰ ਲਏ ਸੀ, ਜਦੋਂ 2 ਸੈਕਟਰ ਕੀਤਾ 2 ਲਏ ਸੀ ਤੇ ਇਸੇ ਤਰੀਕੇ ਨਾਲ ਜਦੋਂ ਆਪਾਂ 4 ਸੈਕਟਰ ਮॉडल ਕਰਨਾ ਤੇ ਇਹਦੇ ਵਿੱਚ ਕਿੰਨੇ ਸੈਕਟਰ ਲੈਣੇ ਨੇ? 4 ਲੈਣੇ ਨੇ। ਦੇਖੋ ਇਹਦੇ ਵਿੱਚ ਕਿਹੜੇ ਕਿਹੜੇ ਨੇ? ਪ੍ਰੋਡਿਊਸਰ ਸੈਕਟਰ, ਹਾਊਸ ਹੋਲਡ ਸੈਕਟਰ, ਰੈਸਟ ਆਫ ਦ ਵਰਲਡ ਐਂਡ ਕਾਮਨ ਸੈਕਟਰ। और जो ये फाइनैंशियल मार्केट है ये थोड़ा दिता होगा विद फाइनैंशियल सैक्टर, तो फाइनैंशियल सैक्टर दस देना, अदरवाइज नहीं गिवन तो विदाउट दिता तो विदाउट लै लेना। ठीक है, तो सब तो पहला तो आप इन्हां दा जो आपस दे विचली रिसीप्ट्स और पेमेंट ने वो दसनियां ने। प्रोड्यूसर सैक्टर, हाउस होल्ड सैक्टर एंड गवर्नमेंट सैक्टर फाइनैंशियल सैक्टर नूं की रिसीव करदा और की पे करदा है। देखो प्रोड्यूसर सैक्टर, हाउस होल्ड सैक्टर एंड गवर्नमेंट सैक्टर तिन्ने अपनी सेविंग्स नूं फाइनैंशियल सैक्टर दे विच डिपॉजिट करवाते हैं और जदों इन्हां नूं लोड़ पैंदी है बोरो करन दी तां प्रोड्यूसर सैक्टर, हाउस होल्ड सैक्टर एंड गवर्नमेंट सैक्टर फाइनैंशियल सैक्टर तो बोरो उधार मीनस लै सकते हैं। ठीक है, हुण आपां करना है कि प्रोड्यूसर सैक्टर दा हाउस होल्ड सैक्टर नाल की लैण देना। देखो प्रोड्यूसर सैक्टर हाउस होल्ड सैक्टर नूं गुड्स ते सर्विसेज दिंदा है एंड फैक्टर पेमेंट्स दिंदा है। जिहड़े लैंड लेबर कैपिटल एंड एंटरप्रेन्योर हुंदे ने उन्हां नूं रेंट, वेजिस, इंटरस्ट एंड प्रॉफिट दी फॉर्म दे विच पेमेंट करदा है। ठीक है, इसी तरीके नाल हाउस होल्ड सैक्टर प्रोड्यूसर सैक्टर नूं कंजम्पशन ऑन गुड्स एंड सर्विसेज मीनस जो गुड्स ते सर्विसेज परचेज करदा है उन्हां नूं उन्हां दा खर्चा प्रोड्यूसर सैक्टर तो खरीददा है वो तो भी ਉਹਦੇ ਚ ਆ ਜਾਊਗਾ, ਇਹਦੀ पेमेंट हो जाऊगी। जो हाउस होल्ड सैक्टर ने प्रोड्यूसर सैक्टर ਨੂੰ ਦਿੱਤੀ, जो गुड्स ਤੇ सर्विसेज ਇਹਨੇ ਖਰੀਦੀਆਂ ਉਹਦੇ ਜੋ ਸੇਲ ਪ੍ਰਾइस ਸੀਗੀ ਉਹ ਕਿਹਨੂੰ ਦਿੱਤੀ? ਪ੍ਰੋਡਿਊਸਰ ਸੈਕਟਰ ਨੂੰ। ਇਸੇ ਤਰੀਕੇ ਨਾਲ ਹਾਊਸ ਹੋਲਡ ਸੈਕਟਰ ਨੇ ਫੈਕਟਰ ਆਫ ਪ੍ਰੋਡਕਸ਼ਨ ਮੀਨਸ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ ਇਹ ਚਾਰੇ ਕੀ ਦਿੱਤੇ? ਕਿਹਨੂੰ ਦਿੱਤੇ? ਪ੍ਰੋਡਿਊਸਰ ਸੈਕਟਰ ਨੂੰ ਦਿੱਤੇ। ਇਹ ਤਾਂ ਆਪਾਂ 2 ਸੈਕਟਰ 'ਚ ਵੀ ਕਰ ਲਿਆ, 3 ਸੈਕਟਰ 'ਚ ਵੀ ਕਰ ਲਿਆ। ਠੀਕ ਹੈ, ਹੁਣ ਆਪਾਂ ਕਰਨਾ ਹੈ ਕਿ ਪ੍ਰੋਡਿਊਸਰ ਸੈਕਟਰ ਗਵਰਨਮੈਂਟ ਸੈਕਟਰ ਨੂੰ ਕੀ ਦਿੰਦਾ ਔਰ ਇਹਦੇ ਤੋਂ ਕੀ ਰਿਸੀਵ ਕਰਦਾ। ਦੇਖੋ ਪ੍ਰੋਡਿਊਸਰ ਸੈਕਟਰ ਹਾਊਸ ਹੋਲਡ ਗਵਰਨਮੈਂਟ ਸੈਕਟਰ ਨੂੰ ਗੁੱਡਸ ਤੇ ਸਰਵਿਸਿਜ਼ ਦਿੰਦਾ, ਨਾਲ ਦੀ ਨਾਲ ਉਹ ਜਿੰਨੇ ਵੀ ਟੈਕਸ ਹੁੰਦੇ ਨੇ ਉਹ ਸਾਰੇ ਗਵਰਨਮੈਂਟ ਸੈਕਟਰ ਨੂੰ ਦਿੰਦਾ। ਪਰ ਗਵਰਨਮੈਂਟ ਸੈਕਟਰ ਪ੍ਰੋਡਿਊਸਰ ਸੈਕਟਰ ਨੂੰ ਕੀ ਦਿੰਦਾ? ਇੱਕ ਤਾਂ ਸਬਸਿਡੀਜ਼ ਪ੍ਰੋਵਾਈਡ ਕਰਦਾ ਹੈ। ਉਸੇ ਤਰੀਕੇ ਨਾਲ ਜੋ ਗੁੱਡਸ ਤੇ ਸਰਵਿਸਿਜ਼ ਪ੍ਰੋਡਿਊਸਰ ਸੈਕਟਰ ਹਾਊਸ ਗਵਰਨਮੈਂਟ ਸੈਕਟਰ ਨੂੰ ਦਿੰਦਾ ਉਹਦੀ ਪੇਮੈਂਟ ਕੌਣ ਕਰਦਾ ਹੈ? ਗਵਰਨਮੈਂਟ ਸੈਕਟਰ ਪ੍ਰੋਡਿਊਸਰ ਸੈਕਟਰ ਨੂੰ ਕਰਦਾ। ਵੀ ਜੋ ਚੀਜ਼ਾਂ ਪ੍ਰੋਡਿਊਸਰ ਸੈਕਟਰ ਤੋਂ ਖਰੀਦੀਆਂ ਉਹਦੀ ਪੇਮੈਂਟ ਪ੍ਰੋਡਿਊਸਰ ਸੈਕਟਰ ਨੂੰ ਕਰਦੀ। ਠੀਕ ਹੈ, ਇਸੇ ਤਰੀਕੇ ਨਾਲ ਹਾਊਸ ਹੋਲਡ ਸੈਕਟਰ ਗਵਰਨਮੈਂਟ ਸੈਕਟਰ ਨੂੰ ਕੀ ਰਿਸੀਵ ਕਰਦਾ ਔਰ ਕੀ ਦਿੰਦਾ? ਹਾਊਸ ਹੋਲਡ ਸੈਕਟਰ ਗਵਰਨਮੈਂਟ ਸੈਕਟਰ ਨੂੰ ਟਰਾਂਸਫਰ ਪੇਮੈਂਟਸ ਕਰਦਾ ਮੀਨਸ ਜਿੱਦਾਂ ਪੈਨਸ਼ਨ ਦੇਤੀ, ਕੋਈ ਸਕਾਲਰਸ਼ਿਪ ਦੇਤੀ, ਕੋਈ ਇੱਦਾਂ ਗਿਫਟ ਵਗੈਰਾ ਦੇਤਾ ਮੀਨਸ ਐਜ਼ ਅ ਹੈਲਪ ਕੋਈ ਵੀ ਚੀਜ਼ ਜੋ ਦਿੱਤੀ ਜਾਂਦੀ ਹੈ ਤਾਂ ਉਹਨੂੰ ਟਰਾਂਸਫਰ ਪੇਮੈਂਟਸ ਕਿਹਾ ਜਾਂਦਾ। ਠੀਕ ਹੈ, ਇਸੇ ਤਰੀਕੇ ਨਾਲ ਜੋ ਹਾਊਸ ਹੋਲਡ ਸੈਕਟਰ ਹੈ ਉਹ ਗਵਰਨਮੈਂਟ ਸੈਕਟਰ ਨੂੰ ਹੋਰ ਕੀ ਦਿੰਦਾ? ਟੈਕਸ ਦਿੰਦਾ। ਠੀਕ ਹੈ, ਹੋਰ ਕੀ ਦਿੰਦਾ? ਟੈਕਸ ਦਿੰਦਾ। ਉਸ ਤੋਂ ਬਾਅਦ ਜੋ ਗਵਰਨਮੈਂਟ ਸੈਕਟਰ ਹੈ ਉਹ ਕਿਹਦੀ ਪੇਮੈਂਟ ਕਰਦਾ? ਪੇਮੈਂਟ ਫॉर ਸਰਵਿਸਿਜ਼ ਕਿਹਨੂੰ ਕਰਦਾ? ਹਾਊਸ ਹੋਲਡ ਸੈਕਟਰ ਨੂੰ ਕਰਦਾ। ਕਿਉਂ ਕਰਦਾ? ਕਿਉਂਕਿ ਦੇਖੋ ਜੋ ਹਾਊਸ ਹੋਲਡ ਸੈਕਟਰ ਦੇ ਵਿੱਚੋਂ ਹੀ ਨੇ ਜੋ ਗਵਰਨਮੈਂਟ ਇੰਸਟੀਟਿਊਸ਼ਨਸ ਦੇ ਵਿੱਚ ਵਰਕ ਕਰਦੇ ਨੇ, ਜੋ ਕੰਮ ਕਰਦੇ ਨੇ, ਜਿਨ੍ਹਾਂ ਨੂੰ ਇੰਪਲੋਇਮੈਂਟ ਮਿਲੀ ਹੋਈ ਆ ਔਰ ਉਹਨਾਂ ਦੀ ਇੰਪਲੋਇਮੈਂਟ ਦੇ ਬਦਲੇ ਵਿੱਚ ਜੋ ਪੇਮੈਂਟ ਹੈ ਉਹ ਗਵਰਨਮੈਂਟ ਸੈਕਟਰ ਹਾਊਸ ਹੋਲਡ ਸੈਕਟਰ ਨੂੰ ਦਿੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਜੋ ਰੈਸਟ ਆਫ ਦਾ ਵਰਲਡ ਹੈ ਉਹ ਗਵਰਨਮੈਂਟ ਸੈਕਟਰ ਨਾਲ ਕੀ ਉਹਦਾ ਲੈਣ ਦੇਣ ਹੈ। ठीक है, देखो रेस्ट ऑफ द वर्ल्ड है गवर्नमेंट सैक्टर इंटरनेशनल फैक्टर पेमेंट दिता है तो इसी तरीके से रेस्ट ऑफ द वर्ल्ड इंटरनेशनल ट्रांसफर पेमेंट्स करता है। ठीक है, जो अंतरराष्ट्रीय पद्धर पर जो साधन काम करने लिए गए हुए हैं उन्होंने जो पेमेंट है वो भी रेस्ट ऑफ द वर्ल्ड गवर्नमेंट तो गवर्नमेंट अगे किनू पहुँचा दी है? हाउस होल्ड सैक्टर में पहुँचा दी है। इदा ही जो इंटरनेशनल ट्रांसफर पेमेंट्स ने वो भी रेस्ट ऑफ द वर्ल्ड गवर्नमेंट सैक्टर अगे हाउस होल्ड सैक्टर में देंदी है। ठीक है, इसी तरीके जो प्रोड्यूसर सैक्टर है प्रोड्यूसर सैक्टर की करता है? एक्सपोर्ट जो प्रोड्यूसर सैक्टर इनू एक्सपोर्ट करता है रेस्ट ऑफ द वर्ल्ड में और जो इन्हें इंपोर्ट किया होंगे वो पेमेंट्स की। इंपोर्ट मीनस जो इन्हें मंगवाया होंगे प्रोड्यूसर सैक्टर ने वो पेमेंट्स करता है। इसी तरीके रेस्ट ऑफ द वर्ल्ड की करता है? इनू इंपोर्ट करता है। ठीक है, प्रोड्यूसर सैक्टर में और नाल दी नाल जो उन्हें एक्सपोर्ट किया होंगे प्रोड्यूसर सैक्टर ने वो पेमेंट्स भी किनू दिंदा? प्रोड्यूसर सैक्टर में दिंदा। ठीक है, इसी तरीके जो तुम रेस्ट ऑफ द वर्ल्ड की कहो तो रेस्ट ऑफ द वर्ल्ड हाउस होल्ड सैक्टर में भी नैट ट्रांसफर पेमेंट्स करता है और नैट फैक्टर पेमेंट्स दिंदा है। ठीक है, जानी जो रेस्ट ऑफ द वर्ल्ड वालों फैक्टर पेमेंट्स से ट्रांसफर पेमेंट्स ने किहदे कोल पहुँचदियां ने? हाउस होल्ड सैक्टर को पहुँच जांदियां। नैक्सट इंजैक्शनस एंड लीकेजेस। इंजैक्शनस की होंदे ने? those factors which raise the flow of income and expenditure of an economy
ਆਰ ਨੋਨ ਐਜ਼ ਇੰਜੈਕਸ਼ਨਸ। ਉਹ ਸਾਰੇ ਤੱਤ ਜਿਨ੍ਹਾਂ ਦੇ ਨਾਲ ਇਕੋਨਮੀ ਦੇ ਵਿੱਚ ਆਮਦਨ ਦਾ ਫਲੋ ਵੱਧਦਾ, ਮੀਨਸ ਆਮਦਨ ਵੱਧਦੀ ਹੈ ਅਤੇ ਨਾਲ ਦੀ ਨਾਲ ਖਰਚ ਵੀ ਕਰਨਾ ਪੈਂਦਾ ਸਾਨੂੰ। ਖਰਚ ਕਰਨ ਤੋਂ ਬਾਅਦ ਆਮਦਨ ਵੱਧਦੀ ਹੈ ਤਾਂ ਉਹ ਕੀ ਹੁੰਦੇ ਨੇ? ਇੰਜੈਕਸ਼ਨਸ। ਠੀਕ ਹੈ, ਜਿੱਦਾਂ ਪਬਲਿਕ ਇਨਵੈਸਟਮੈਂਟ ਕੀਤੀ, ਲੋਕਾਂ ਦੁਆਰਾ ਜੋ ਇਨਵੈਸਟਮੈਂਟ ਕੀਤੀ ਜਾਂਦੀ ਹੈ ਉਹ ਵੀ ਕੀ ਹੈ? ਇੱਕ ਤਾਂ ਪਹਿਲਾਂ ਖਰਚ ਕੀਤਾ ਜਾਂਦਾ, ਇਨਵੈਸਟਮੈਂਟ 'ਤੇ ਪਹਿਲਾਂ ਖਰਚ ਕੀਤਾ ਜਾਊਗਾ ਤਾਂ ਇਨਵੈਸਟਮੈਂਟ ਕਰਨ ਤੋਂ ਬਾਅਦ ਇਨਕਮ ਕੀ ਹੋਊਗੀ? ਰੇਜ਼ ਹੋਗੀ। ਜਿੱਦਾਂ ਆਪਾਂ ਕਿਸੇ ਵੀ ਪ੍ਰੋਪਰਟੀ 'ਤੇ ਖਰਚ ਕਰ ਲਿਆ, ਕੋਈ ਬਿਜ਼ਨਸ ਸਟਾਰਟ ਕਰਨਾ ਤਾਂ ਉਹਦੇ ਲਈ ਆਪਾਂ ਲੈਂਡ ਵਗੈਰਾ ਖਰੀਦ ਲਈ, ਉਹਦੇ 'ਤੇ ਕੰਸਟਰਕਸ਼ਨ ਵਰਕ ਕਰਕੇ ਉਸ ਤੋਂ ਬਾਅਦ ਕੈਪੀਟਲ ਵਗੈਰਾ ਲਗਾਈ, ਲੇਬਰ ਵਗੈਰਾ ਲਗਾਈ ਅਤੇ ਉਸ ਤੋਂ ਬਾਅਦ ਉਹ ਤੋਂ ਪ੍ਰੋਡਕਸ਼ਨ ਸਟਾਰਟ ਕਰਕੇ ਫਿਰ ਅੱਗੇ ਇਨਕਮ ਸਟਾਰਟ ਹੋਈ। ਤਾਂ ਇਸੇ ਤਰੀਕੇ ਨਾਲ ਜਦੋਂ ਆਪਾਂ ਜੋ ਲੈਂਡ, ਲੇਬਰ, ਕੈਪੀਟਲ ਅਤੇ ਹੋਰ ਜੋ ਵੀ ਐਕਸਟਰਾ ਐਕਸਪੈਂਡੀਚਰ ਕੀਤਾ ਤਾਂ ਉਹ ਸਾਰੇ ਖਰਚੇ ਕੀਤੇ, ਉਸ ਤੋਂ ਬਾਅਦ ਖਰਚ ਕਰਨ ਤੋਂ ਬਾਅਦ ਹੀ ਸਾਨੂੰ ਇਨਕਮ ਹੋਣੀ ਸਟਾਰਟ ਹੋਈ ਤਾਂ ਉਹ ਵੀ ਕੀ ਹੋਗੀ? ਪਬਲਿਕ ਇਨਵੈਸਟਮੈਂਟ। ਮੀਨਸ ਜੋ ਗਵਰਨਮੈਂਟ ਦੁਆਰਾ ਕੀਤੀ ਜਾਂਦੀ ਹੈ ਇਨਵੈਸਟਮੈਂਟ, ਪ੍ਰਾਈਵੇਟ ਇਨਵੈਸਟਮੈਂਟ ਜੋ ਆਮ ਲੋਕਾਂ ਦੁਆਰਾ ਕੀਤੀ ਜਾਂਦੀ ਹੈ, ਜੋ ਐਕਸਪੋਰਟ ਕੀਤੇ ਜਾਂਦੇ ਨੇ ਉਹ ਵੀ ਕੀ ਹੈ? ਇੱਕ ਤਰ੍ਹਾਂ ਦੀ ਇਨਵੈਸਟਮੈਂਟ ਹੀ ਹੈ, ਕਿਉਂਕਿ ਐਕਸਪੋਰਟ ਕਰਨ ਦੇ ਨਾਲ ਸਾਡੀ ਇਨਕਮ ਰੇਜ਼ ਹੁੰਦੀ ਹੈ। ਠੀਕ ਹੈ, ਕੰਜ਼ੰਪਸ਼ਨ ਐਕਸਪੈਂਡੀਚਰ ਬਾਈ ਹਾਊਸਹੋਲਡ, ਜੋ ਪਰਿਵਾਰਾਂ ਦੁਆਰਾ ਖਰਚ ਕੀਤਾ ਜਾਂਦਾ, ਕੰਜ਼ੰਪਸ਼ਨ ਐਕਸਪੈਂਡੀਚਰ ਕੀਤੀ ਜਾਂਦੀ ਹੈ। ਮੀਨਸ ਆਪਣੇ ਉਪਭੋਗ ਨੂੰ ਜ਼ਿਆਦਾ ਤੋਂ ਜ਼ਿਆਦਾ ਵਧਾਉਣ ਦੇ ਲਈ ਖਰਚ ਕੀਤਾ ਜਾਂਦਾ ਹੈ, ਜਾਂ ਗਵਰਨਮੈਂਟ ਦੁਆਰਾ ਜੋ ਕੰਜ਼ੰਪਸ਼ਨ ਐਕਸਪੈਂਡੀਚਰ ਆਉਂਦਾ ਉਹ ਇੱਕ ਤਰ੍ਹਾਂ ਦੇ ਕੀ ਨੇ? ਸਾਰੇ ਇੰਜੈਕਸ਼ਨਸ ਹੀ ਨੇ ਜਿਨ੍ਹਾਂ ਨਾਲ ਐਕਸਪੈਂਡੀਚਰ ਕਰਨ ਤੋਂ ਬਾਅਦ ਸਾਡੀ ਇਨਕਮ ਵੱਧਦੀ ਹੈ। ਠੀਕ ਹੈ, ਇਸੇ ਤਰੀਕੇ ਨਾਲ ਲੀਕੇਜ ਕੀ ਹੈ? ਦੋਜ਼ ਫੈਕਟਰਸ ਵਿਚ ਰਿਡਿਊਸ ਦਾ ਫਲੋ ਆਫ ਇਨਕਮ ਐਂਡ ਐਕਸਪੈਂਡੀਚਰ ਇਨ ਅ ਸਰਕੂਲਰ ਫਲੋ ਐਂਡ ਇਕੋਨਮੀ ਆਰ ਨੋਨ ਐਜ਼ ਲੀਕੇजेस। ਜੋ ਵੀ ਇੱਦਾਂ ਦੇ ਫੈਕਟਰਸ ਜਿਨ੍ਹਾਂ ਦੇ ਨਾਲ ਸਾਡੇ ਐਕਸਪੈਂਡੀਚਰ ਐਂਡ ਇਨਕਮ ਦੋਨੋਂ ਕੀ ਹੋਣ? ਰਿਡਿਊਸ ਹੋਣ, ਦੋਨੋਂ ਘਟਣ, ਉਹਨਾਂ ਨੂੰ ਕੀ ਬੋਲਦੇ ਆ? ਲੀਕੇਜ। ਜਿੱਦਾਂ ਸੇਵਿੰਗ, ਦੇਖੋ ਸੇਵਿੰਗ ਕਰਨ ਦੇ ਨਾਲ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਸਿਕਿਉਰ ਤਾਂ ਹੋ ਜਾਂਦਾ, ਬਟ ਫਿਊਚਰ ਸਿਕਿਉਰ ਹੋਣ ਤੋਂ ਬਾਅਦ ਅਸੀਂ ਨਾ ਤਾਂ ਖਰਚ ਕਰਦੇ ਹਾਂ, ਮੀਨਸ ਉਹਨੂੰ ਸੇਵ ਹੀ ਕਰੀ ਜਾਂਦੇ ਹਾਂ ਤਾਂ ਕਿ ਅਸੀਂ ਆਪਣੇ ਫਿਊਚਰ ਨੂੰ ਸਿਕਿਉਰ ਕਰ ਸਕੀਏ। ਉਸ ਇਨਕਮ ਨੂੰ ਖਰਚ ਨਹੀਂ ਕਰਦੇ ਅਤੇ ਇਨਕਮ ਨਾ ਖਰਚ ਹੋਣ ਕਰਕੇ ਉਸ ਇਕੋਨਮੀ 'ਚ ਮਨੀ ਦਾ ਫਲੋ ਵੀ ਘੱਟ ਜਾਂਦਾ ਹੈ। ਠੀਕ ਹੈ, ਜਿਹਦੇ ਕਰਕੇ ਸਰਕੂਲੇਸ਼ਨ 'ਚ ਪੈਸਾ ਘੱਟ ਜਾਂਦਾ ਹੈ ਅਤੇ ਇਸ ਤਰੀਕੇ ਨਾਲ ਜੋ ਸੇਵਿੰਗ ਹੈ ਇੱਕ ਤਰ੍ਹਾਂ ਦੀ ਲੀਕੇਜ ਹੈ। ਇੰਪੋਰਟ ਨੇ ਉਹ ਵੀ ਲੀਕੇਜ, ਕਿਉਂਕਿ ਇਹਦੇ ਲਈ ਵੀ ਸਾਨੂੰ ਆਪਣੀ ਕਰੰਸੀ ਨੂੰ ਦੂਜੀ ਕੰਟਰੀ ਦੇ ਵਿੱਚ ਪੇ ਕਰਨਾ ਪੈਂਦਾ ਹੈ ਅਤੇ ਇਸੇ ਤਰੀਕੇ ਨਾਲ ਜੋ ਪੁਰਾਣੇ ਕਰਜ਼ੇ ਲਏ ਹੁੰਦੇ ਨੇ ਉਹ ਵੀ ਸਾਨੂੰ ਕਹਿ ਲਓ ਇੱਕ ਤਰ੍ਹਾਂ ਦਾ ਲੀਕੇਜ ਹੈ, ਕਿਉਂਕਿ ਉਹ ਵੀ ਸਾਨੂੰ ਵਾਪਿਸ ਕਰਨੇ ਹੀ ਪੈਂਦੇ ਨੇ। ਜੋ ਗਵਰਨਮੈਂਟ ਟੈਕਸ ਲਗਾਉਂਦੀ ਹੈ, ਟੈਕਸ ਵੀ ਇੱਕ ਤਰ੍ਹਾਂ ਨਾਲ ਸਾਡੇ 'ਤੇ ਕੀ ਹੈ? ਲੀਕੇਜ ਦਾ ਕੰਮ ਹੈ, ਕਿਉਂਕਿ ਸਾਨੂੰ ਆਪਣੀ ਇਨਕਮ ਦੇ ਵਿੱਚੋਂ ਦੇਣੇ ਪੈਂਦੇ। ਇਨਕਮ ਦੇ ਵਿੱਚ ਜੋ ਗਵਰਨਮੈਂਟ ਨੂੰ ਟੈਕਸ ਪੇ ਕਰਦਾ ਤਾਂ ਉਹ ਵੀ ਕੀ ਹੈ? ਸਾਡੀ ਇਨਕਮ ਨੂੰ ਰਿਡਿਊਸ ਕਰਦਾ। ਠੀਕ ਹੈ।